हेलो एवरीवन, वेलकम टू माय चैनल। आज आप डिस्कस करने जा रहे हैं हिस्ट्री एमसीक्यू सीरीज़ का पार्ट नंबर 2। चलो देखते हैं आज का फर्स्ट क्वेश्चन। हु वाज द कमांडर ऑफ फ्रेंच ट्रूप्स ड्यूरिंग बैटल ऑफ वेंडिवॉश। बैटल ऑफ वेंडिवॉश कदों हुई सी? ਇਹ ਹੋਈ ਸੀ 1760 ਦੇ ਵਿੱਚ ਔਰ ਇਹ ਪਾਰਟ ਸੀ ਥਰਡ ਕਾਰਨੈਟਿਕ ਵਾਰ ਦਾ। ਜਿਹੜੀ ਥਰਡ ਕਾਰਨੈਟਿਕ ਵਾਰ ਸੀ ਉਹਨੂੰ 7 ਈਅਰ ਵਾਰ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਚੱਲੀ ਸੀ 1756 ਤੋਂ ਲੈ ਕੇ 1763 ਦੇ ਵਿੱਚ। ਤਾਂ ਉਹਦੇ ਵਿੱਚ ਇੱਕ ਵਾਰ ਹੁੰਦੀ ਹੈ ਬੈਟਲ ਆਫ ਵੈਂਡੀਵॉश ਜਿਹੜੀ ਕਿ 1760 ਦੇ ਵਿੱਚ ਹੋਈ ਸੀ। ਤਾਂ ਉਸ ਟਾਈਮ 'ਤੇ ਫਰੈਂਚ ਟਰੂਪਸ ਨੂੰ ਕੌਣ ਲੀਡ ਕਰ ਰਿਹਾ ਸੀ? ਆਪਸ਼ਨ ਏ ਕਾਊਂਟ ਡੀ ਲੈਲੀ, ਆਪਸ਼ਨ ਬੀ ਆਇਰੇ ਕੂਟ, ਆਪਸ਼ਨ ਸੀ ਡੁਪਲੈਕਸ, ਆਪਸ਼ਨ ਡੀ ਨਨ ਆਫ ਦ ਅਬਵ। ਇਹਦਾ ਆਨਸਰ ਹੈ ਆਪਸ਼ਨ ਏ ਕਾਊਂਟ ਡੀ ਲੈਲੀ। ਅਤੇ ਉਸ ਟਾਈਮ 'ਤੇ ਜਿਹੜੀਆਂ ਬ੍ਰਿਟਿਸ਼ ਫੋਰਸਿਸ ਸੀ ਉਹਨੂੰ ਲੀਡ ਕਰ ਰਹੇ ਸੀ ਆਇਰੇ ਕੂਟ। ਅਤੇ ਜਿਹੜੇ ਬ੍ਰਿਟਿਸ਼ ਟਰੂਪ ਸੀ ਉਹਨਾਂ ਨੇ ਫਰੈਂਚ ਟਰੂਪਸ ਨੂੰ ਹਰਾ ਦਿੱਤਾ ਸੀ ਬੈਟਲ ਆਫ ਵੈਂਡੀਵॉश ਦੇ ਵਿੱਚ। ਅਤੇ ਫਰੈਂਚ ਜਿੰਨੀਆਂ ਵੀ ਪੋਜੀਸ਼ਨ ਸੀ ਬ੍ਰਿਟਿਸ਼ ਨੇ ਆਪਣੇ ਅੰਡਰ ਲੈ ਲਈਆਂ ਸੀ। ਈਵਨ ਕਿ ਜਿਹੜੀ ਫਰੈਂਚ ਦੀ ਕੈਪੀਟਲ ਸੀ ਪੌਂਡੀਚੇਰੀ ਉਹ ਵੀ ਬ੍ਰਿਟਿਸ਼ ਫੋਰਸਿਸ ਦੁਆਰਾ ਕੈਪਚਰ ਕਰ ਲਈ ਗਈ ਸੀ। ਦੇਖਦੇ ਹਾਂ ਨੈਕਸਟ ਕੁਐਸਚਨ। Consider the following statements with respect to Battle of Plassey and choose the correct ones. Battle of Plassey ਕਦੋਂ ਹੋਈ ਸੀ? ਇਹ ਹੋਈ ਸੀ 1757 ਦੇ ਵਿੱਚ। Battle of Plassey ਹੋਣ ਦੇ ਕੀ ਰੀਜ਼ਨ ਨੇ ਉਹ ਆਪਾਂ ਦੇਖਦੇ ਹਾਂ। ਆਪਸ਼ਨ ਏ the main cause of battle was company servant were misusing the duty free trade or dastaks. Option B fortification of Calcutta by the English without the permission of Nawab was one of the reason of the battle. ਜਦ ਬੈਟਲ ਆਫ ਪਲਾਸੀ ਹੋਈ ਉਸ ਟਾਈਮ 'ਤੇ ਜਿਹੜੇ ਨਵਾਬ ਸੀ ਉਹ ਸੀ ਸਿਰਾਜ ਉਦ ਦੌਲਾ। ਜਿਹੜੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੀ ਇਹਨਾਂ ਨੂੰ 1717 ਦੇ ਵਿੱਚ ਫਾਰੂਕ ਸਿਆਰ ਦੁਆਰਾ ਡੈਕਰੀ ਮਿਲਿਆ ਸੀ। ਉਹਦੇ ਵਿੱਚ ਕੀ ਸੀ ਕਿ ਇਹ ਡਿਊਟੀ ਫ੍ਰੀ ਟਰੇਡ ਕਰ ਸਕਦੇ ਹੈ ਬੰਗਾਲ ਦੇ ਵਿੱਚ ਕਿਸੇ ਵੀ ਜਗ੍ਹਾ 'ਤੇ। ਤਾਂ ਜਿਹੜੇ ਇਸ ਟਾਈਮ 'ਤੇ ਨਵਾਬ ਸੀ ਬੰਗਾਲ ਦੇ ਸਿਰਾਜ ਉਦ ਦੌਲਾ ਉਹਨਾਂ ਨੂੰ ਲੱਗਿਆ ਕਿ ਜਿਹੜੇ ਬ੍ਰਿਟਿਸ਼ਰਸ ਨੇ ਉਹ ਇਸ ਡਿਊਟੀ ਫ੍ਰੀ ਟਰੇਡਸ ਦਾ ਮਿਸਯੂਜ਼ ਕਰ ਰਹੇ ਆ। ਤਾਂ ਇਹ ਵੀ ਇੱਕ ਬੈਟਲ ਦਾ ਕਾਰਨ ਸੀ। ਆਪਸ਼ਨ ਏ ਬਿਲਕੁਲ ਕਰੈਕਟ ਹੈ। ਦਸਤਕ ਇੱਥੇ ਵਰਡ ਆਇਆ ਇਹਦਾ ਮਤਲਬ ਹੁੰਦਾ ਹੈ ਪਾਸ, ਯਾਨੀ ਕਿ ਇਹਨਾਂ ਨੂੰ ਕੋਈ ਪਾਸ ਦੀ ਜ਼ਰੂਰਤ ਨਹੀਂ ਸੀ ਪੈਂਦੀ। ਇਹ ਡਿਊਟੀ ਫ੍ਰੀ ਟਰੇਡ ਕਰਦੇ ਸੀਗੇ ਬੰਗਾਲ ਦੇ ਵਿੱਚ। ਆਪਸ਼ਨ ਏ ਦ ਮੇਨ ਕਾਜ਼ ਆਫ ਬੈਟਲ ਵਾਜ਼ ਕੰਪਨੀ ਸਰਵੈਂਟ ਵਰ ਮਿਸਯੂਜ਼ਿੰਗ ਦ ਡਿਊਟੀ ਫ੍ਰੀ ਟਰੇਡ ਔਰ ਦਸਤਕਸ। ਇਹ ਆਪਸ਼ਨ ਬਿਲਕੁਲ ਕਰੈਕਟ ਹੈ। ਆਪਸ਼ਨ ਬੀ ਵੀ ਕਰੈਕਟ ਹੈ। ਉਸ ਟਾਈਮ 'ਤੇ ਕੀ ਹੋਇਆ ਕਿ ਜਦੋਂ ਬੈਟਲ ਆਫ ਪਲਾਸੀ ਹੁੰਦੀ ਹੈ ਉਸ ਟਾਈਮ 'ਤੇ ਥਰਡ ਕਾਰਨੈਟਿਕ ਵਾਰ ਚੱਲ ਰਹੀ ਸੀ। ਤਾਂ ਬ੍ਰਿਟਿਸ਼ਰਸ ਕੀ ਕਰਦੇ ਨੇ ਕਿ ਇਹ ਨਵਾਬ ਸਿਰਾਜ ਉਦ ਦੌਲਾ ਤੋਂ ਕੋਈ ਪਰਮਿਸ਼ਨ ਨਹੀਂ ਲੈਂਦੇ। ਇਹ ਫਰੈਂਚ ਤੋਂ ਬਚਣ ਲਈ, ਕਿਉਂਕਿ ਐਂਗਲੋ ਫਰੈਂਚ ਰਿਵੋਲਰੀ ਚੱਲ ਰਹੀ ਸੀ, ਥਰਡ ਕਾਰਨੈਟਿਕ ਵਾਰ ਹੋ ਰਹੀ ਸੀ, ਤਾਂ ਇਹ ਫਰੈਂਚ ਤੋਂ ਬਚਣ ਲਈ ਕੀ ਕਰਦੇ ਨੇ ਕਿ ਕੈਲਕਟਾ ਦਾ ਜਿਹੜਾ ਫੋਰਟ ਕੈਲਕਟਾ ਸੀ ਉਹਨੂੰ ਫੋਰਟੀਫਾਈ ਕਰਨਾ ਸਟਾਰਟ ਕਰ ਦਿੰਦੇ ਨੇ ਤਾਂ ਜੋ ਕੀ ਹੈ ਇਹ ਆਪਣੇ ਆਪ ਨੂੰ ਸਟਰੋਂਗ ਬਣਾ ਸਕਣ ਅਤੇ ਫਰੈਂਚ ਫੋਰਸਿਸ ਨੂੰ ਰੋਕ ਸਕਣ। ਬਟ ਨਵਾਬ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਕਿ ਉਹਦੀ ਪਰਮਿਸ਼ਨ ਤੋਂ ਬਿਨਾਂ ਇਹ ਕੈਲਕਟਾ ਦੀ ਫੋਰਟੀਫਿਕੇਸ਼ਨ ਕਿਸ ਤਰ੍ਹਾਂ ਕਰ ਸਕਦੇ ਨੇ। ਤਾਂ ਇਹ ਵੀ ਇੱਕ ਕਾਰਨ ਰਿਹਾ ਬੈਟਲ ਦਾ। ਸੋ ਇਸ ਦਾ ਆਨਸਰ ਹੋ ਜਾਏਗਾ ਆਪਸ਼ਨ ਸੀ ਬੋਥ ਏ ਐਂਡ ਬੀ। ਦੇਖਦੇ ਹਾਂ ਨੈਕਸਟ ਕੁਐਸਚਨ। Who became the Nawab of Bengal at the end of Battle of Plassey? ਆਪਾਂ ਡਿਸਕਸ ਕੀਤਾ ਕਿ ਬੈਟਲ ਆਫ ਪਲਾਸੀ ਦੇ ਕਾਰਨ ਕੀ ਸੀ। ਉਸ ਟਾਈਮ 'ਤੇ ਨਵਾਬ ਸੀਗੇ ਸਿਰਾਜ ਉਦ ਦੌਲਾ। ਉਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਕੰਪਨੀ ਦੇ ਸਰਵੈਂਟ ਨੇ ਉਹ ਦਸਤਖਤ ਦਾ ਮਿਸਯੂਜ਼ ਕਰ ਰਹੇ ਨੇ। ਇੱਕ ਉਹਨਾਂ ਨੇ ਕੈਲਕਟਾ ਦੀ ਫੋਰਟੀਫਿਕੇਸ਼ਨ ਕੀਤੀ ਜਿਹਦੇ ਕਾਰਨ ਕੀ ਇਹ ਵਾਰ ਹੁੰਦੀ ਹੈ। ਤਾਂ ਉਸ ਟਾਈਮ 'ਤੇ ਬ੍ਰਿਟਿਸ਼ਰਸ ਨੂੰ ਜਿਹੜੇ ਲੀਡ ਕਰ ਰਹੇ ਸੀ ਉਹ ਸੀ ਰੋਬਰਟ ਕਲਾਈਵ। ਉਹ ਕੀ ਹੈ ਇੱਕ ਕੌਨਸਪੀਰੇਸੀ ਕਰਦੇ ਨੇ ਕਿ ਜਿਹੜੇ ਨਵਾਬ ਦੇ ਬਹੁਤ ਨੇੜੇ ਦੇ ਲੋਕ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦੇ ਨੇ। ਨਵਾਬ ਦੇ ਜਿਹੜੇ ਕਮਾਂਡਰ ਇਨ ਚੀਫ ਸੀ ਉਸ ਟਾਈਮ 'ਤੇ ਸੀਗੇ ਮੀਰ ਜਫਰ। ਉਹ ਮੀਰ ਜਫਰ ਨੂੰ ਆਪਣੇ ਨਾਲ ਮਿਲਾ ਲੈਂਦੇ ਨੇ। ਜਗਤ ਸੇਠ, ਮਾਨਿਕ ਚੰਦ, ਅਮੀ ਚੰਦ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਮਿਲਾ ਲੈਂਦੇ ਨੇ। ਤਾਂ ਹੁੰਦਾ ਕੀ ਹੈ ਕਿ ਜਦ ਵਾਰ ਹੁੰਦੀ ਹੈ ਤਾਂ ਜਿਹੜੇ ਇਹਨਾਂ ਦੇ ਕਮਾਂਡਰ ਇਨ ਚੀਫ ਨੇ ਉਹ ਸਿਰਫ ਨਾਮ ਦੇ ਤੌਰ 'ਤੇ ਲੜਦੇ ਨੇ, ਮਤਲਬ ਉਹਨਾਂ ਦਾ ਯੋਗਦਾਨ ਕੋਈ ਨਹੀਂ ਹੁੰਦਾ ਲੜਾਈ ਦੇ ਵਿੱਚ, ਜਿਹਦੇ ਕਾਰਨ ਕੀ ਹੈ ਨਵਾਬ ਸਿਰਾਜ ਉਦ ਦੌਲਾ ਹਾਰ ਜਾਂਦੇ ਨੇ। ਤਾਂ ਇਸ ਤੋਂ ਬਾਅਦ ਕੀ ਹੈ ਜਿਹੜੀਆਂ ਬ੍ਰਿਟਿਸ਼ ਫੋਰਸਿਸ ਨੇ ਉਹ ਨਵਾਬ ਦਾ ਬੰਗਾਲ ਕਿਹਨੂੰ ਨਿਯੁਕਤ ਕਰਦੇ ਨੇ? ਉਹ ਨਿਯੁਕਤ ਕਰਦੇ ਨੇ ਮੀਰ ਜਫਰ ਨੂੰ, ਜਿਹੜੇ ਕਿ ਨਵਾਬ ਸਿਰਾਜ ਉਦ ਦੌਲਾ ਦੇ ਕਮਾਂਡਰ ਇਨ ਚੀਫ ਸੀ। ਸੋ ਇਸ ਦਾ ਆਨਸਰ ਹੋ ਜਾਏਗਾ ਕਿ ਮੀਰ ਜਫਰ ਬਿਕੇਮ ਦ ਨਵਾਬ ਆਫ ਬੰਗਾਲ ਐਟ ਦ ਐਂਡ ਆਫ ਬੈਟਲ ਆਫ ਪਲਾਸੀ। ਦੇਖਦੇ ਹਾਂ
Next question, in which place in India British started dual system of government? ਪਹਿਲਾਂ ਦੇਖਦੇ ਹਾਂ dual system of government ਦਾ ਕੀ ਮਤਲਬ ਹੈ। ਇੱਕ ਤਾਂ ਸੀ ਦੀਵਾਨੀ ਰਾਈਟਸ ਔਰ ਇੱਕ ਸੀ ਨਿਜ਼ਾਮਤ। ਜਦੋਂ ਬੈਟਲ ਆਫ ਬਕਸਰ ਹੁੰਦੀ ਹੈ ਤਾਂ ਇਸ ਤੋਂ ਬਾਅਦ ਕੀ ਹੈ, ਬੈਟਲ ਆਫ ਬਕਸਰ ਜਦ ਐਂਡ ਹੁੰਦੀ ਹੈ ਤਾਂ ਟਰੀਟੀ ਆਫ ਇਲਾਹਾਬਾਦ ਹੁੰਦੀ ਹੈ। ਟਰੀਟੀ ਆਫ ਇਲਾਹਾਬਾਦ ਤੋਂ ਬਾਅਦ ਕੀ ਹੁੰਦਾ ਹੈ ਕਿ ਜਿਹੜੇ ਮੁਗਲ ਐਂਪਰਰ ਸੀਗੇ ਸ਼ਾਹ ਆਲਮ 2, ਉਹ ਕੀ ਹੈ ਈਸਟ ਇੰਡੀਆ ਕੰਪਨੀ ਨੂੰ ਦੀਵਾਨੀ ਰਾਈਟਸ ਦੇ ਦਿੰਦੇ ਨੇ। ਦੀਵਾਨੀ ਰਾਈਟਸ ਦਾ ਕੀ ਮਤਲਬ ਹੈ ਕਿ ਰਾਈਟ ਟੂ ਕਲੈਕਟ ਰੈਵਨਿਊ, ਜਿੰਨਾ ਵੀ ਰੈਵਨਿਊ ਕਲੈਕਟ ਕਰਨਾ ਹੈ ਉਹਦਾ ਰਾਈਟ ਕਿਹਦੇ ਕੋਲ ਹੋਏਗਾ, ਉਹ ਹੋਏਗਾ ਬ੍ਰਿਟਿਸ਼ਰਸ ਕੋਲ। ਅਤੇ ਦੂਸਰੇ ਇਹ ਤਾਂ ਹੋ ਗਏ ਦੀਵਾਨੀ ਰਾਈਟਸ। ਔਰ ਦੂਸਰਾ ਸਿਸਟਮ ਕੀ ਆਉਂਦਾ, ਨਿਜ਼ਾਮਤ ਦਾ ਸਿਸਟਮ। ਨਿਜ਼ਾਮਤ ਦੇ ਸਿਸਟਮ ਦੇ ਵਿੱਚ ਕੀ ਹੈ ਕਿ ਜਿਹੜੀ ਪੁਲਿਸ ਹੈ, ਐਡਮਿਨਿਸਟ੍ਰੇਟਿਵ ਜਿੰਨੇ ਵੀ ਫੰਕਸ਼ਨਸ ਨੇ ਉਹ ਕੌਣ ਕਰੇਗਾ, ਉਹ ਕਰੇਗਾ ਨਵਾਬ। ਇਹ ਕੀ ਬਣ ਗਿਆ, ਡੂਅਲ ਸਿਸਟਮ ਬਣ ਗਿਆ, ਦੀਵਾਨੀ ਸਿਸਟਮ ਅਤੇ ਨਿਜ਼ਾਮਤ ਸਿਸਟਮ। ਅਤੇ ਇਹ ਕਿਹੜੀ ਜਗ੍ਹਾ 'ਤੇ ਲਾਗੂ ਹੋਇਆ? ਆਪਸ਼ਨ ਏ ਮਦਰਾਸ, ਆਪਸ਼ਨ ਬੀ ਬੋਂਬੇ, ਆਪਸ਼ਨ ਸੀ ਬੰਗਾਲ, ਆਪਸ਼ਨ ਡੀ ਪੌਂਡੀਚੇਰੀ। ਇਸਦਾ ਆਨਸਰ ਹੈ ਆਪਸ਼ਨ ਸੀ ਬੰਗਾਲ। ਦੇਖਦੇ ਹਾਂ ਨੈਕਸਟ ਕੁਐਸਚਨ, ਵਿਚ ਟ੍ਰੀਟੀ ਵਾਜ਼ ਸਾਈਨਡ ਐਟ ਦ ਐਂਡ ਆਫ ਬੈਟਲ ਆਫ ਬਕਸਰ? ਬੈਟਲ ਆਫ ਬਕਸਰ ਹੋਈ ਸੀ 1764 ਦੇ ਵਿੱਚ। ਇਹ ਆਪਾਂ ਪਹਿਲਾਂ ਹੀ ਡਿਸਕਸ ਕਰ ਚੁੱਕੇ ਹਾਂ ਕਿ ਜਦੋਂ ਇਹ ਬੈਟਲ ਐਂਡ ਹੁੰਦੀ ਹੈ ਤਾਂ ਕਿਹੜੀ ਟ੍ਰੀਟੀ ਸਾਈਨ ਹੁੰਦੀ ਹੈ, ਟ੍ਰੀਟੀ ਆਫ ਇਲਾਹਾਬਾਦ। ਹੁਣ ਇਹ ਆਪਾਂ ਧਿਆਨ ਰੱਖਣਾ ਕਿ ਬੈਟਲ ਆਫ ਪਲਾਸੀ ਦੇ ਟਾਈਮ ਬ੍ਰਿਟਿਸ਼ ਨੂੰ ਕੌਣ ਲੀਡ ਕਰ ਰਿਹਾ ਸੀ, ਅਤੇ ਬੈਟਲ ਆਫ ਬਕਸਰ ਦੇ ਟਾਈਮ ਗਵਰਨਰ ਜਨਰਲ ਕੌਣ ਸੀ? ਤਾਂ ਇਸ ਦਾ ਆਨਸਰ ਹੋਏਗਾ ਰੋਬਰਟ ਕਲਾਈਵ। ਅਤੇ ਜਿਹੜੀ ਟ੍ਰੀਟੀ ਆਫ ਇਲਾਹਾਬਾਦ ਹੈ ਇਹ ਕਿਹਦੇ ਵਿੱਚ ਹੋਈ ਸੀ? ਰੋਬਰਟ ਕਲਾਈਵ ਦੇ ਵਿੱਚ ਅਤੇ ਸ਼ਾਹ ਆਲਮ 2 ਦੇ ਵਿੱਚ। Next question, who annexed the Punjab as British territory after the second Anglo-Sikh War? ਜਦੋਂ second Anglo-Sikh War ਹੁੰਦੀ ਹੈ ਤਾਂ ਉਦੋਂ ਪੰਜਾਬ ਨੂੰ ਬ੍ਰਿਟਿਸ਼ ਟੈਰੀਟਰੀ ਦੇ ਵਿੱਚ ਕੌਣ ਮਿਲਾਉਂਦਾ ਹੈ? ਆਪਸ਼ਨ ਏ ਵਾਰਨ ਹੇਸਟਿੰਗਸ, ਆਪਸ਼ਨ ਬੀ ਰੋਬਰਟ ਕਲਾਈਵ, ਆਪਸ਼ਨ ਸੀ ਲਾਰਡ ਡਲਹੌਜ਼ੀ, ਆਪਸ਼ਨ ਡੀ ਡੁਪਲੈਕਸ। ਇਹਦਾ ਆਨਸਰ ਹੈ ਆਪਸ਼ਨ ਸੀ ਲਾਰਡ ਡਲਹੌਜ਼ੀ। ਦੇਖਦੇ ਹਾਂ ਨੈਕਸਟ ਕੁਐਸਚਨ, ਫਾਈਂਡ ਦ ਕਰੈਕਟ ਮੈਚ। ਜਦੋਂ ਆਪਸ਼ਨ ਏ ਸੈਕਿੰਡ ਕਾਰਨੈਟਿਕ ਵਾਰ, ਉਦੋਂ ਫ੍ਰੈਂਚ ਟਰੂਪਸ ਦੇ ਕਮਾਂਡਰ ਸੀ ਡੁਪਲੈਕਸ। ਆਪਸ਼ਨ ਬੀ ਥਰਡ ਕਾਰਨੈਟਿਕ ਵਾਰ, ਉਦੋਂ ਫ੍ਰੈਂਚ ਟਰੂਪਸ ਦੇ ਕਮਾਂਡਰ ਸੀ ਕਾਊਂਟ ਡੀ ਲੈਲੀ। ਆਪਸ਼ਨ ਸੀ ਬੈਟਲ ਆਫ ਪਲਾਸੀ, ਉਸ ਟਾਈਮ 'ਤੇ ਨਵਾਬ ਸੀ ਸਿਰਾਜ ਉਦ ਦੌਲਾ। ਇਹ ਤਿੰਨੋਂ ਹੀ ਆਪਸ਼ਨਸ ਜਿਹੜੀਆਂ ਨੇ ਉਹ ਕਰੈਕਟ ਨੇ, ਤਾਂ ਇਸ ਦਾ ਆਨਸਰ ਹੋ ਜਾਂਦਾ ਹੈ ਆਪਸ਼ਨ ਡੀ ਆਲ ਆਫ ਦ ਅਬਵ। ਦੇਖਦੇ ਹਾਂ ਨੈਕਸਟ ਕੁਐਸਚਨ, ਦ ਲੈਂਡ ਆਫ ਬੋਂਬੇ ਵਾਜ਼ ਗਿਵਨ ਐਜ਼ ਡੋਰੀ ਟੂ ਚਾਰਲਸ 2। ਬੋਂਬੇ ਜਿਹੜਾ ਕਿ ਇੰਗਲਿਸ਼ ਈਸਟ ਇੰਡੀਆ ਕੰਪਨੀ ਦਾ ਪ੍ਰੈਜ਼ੀਡੈਂਸੀ ਟਾਊਨ ਸੀ, ਇਹ ਚਾਰਲਸ 2 ਨੂੰ ਡੋਰੀ ਦੇ ਵਿੱਚ ਦਿੱਤਾ ਗਿਆ ਸੀ। ਤਾਂ ਕਿਹੜੀ ਪਾਰ ਨੇ ਚਾਰਲਸ 2 ਨੂੰ ਡੋਰੀ ਦੇ ਵਿੱਚ ਬੋਂਬੇ ਦਿੱਤਾ ਸੀ? ਆਪਸ਼ਨ ਏ ਡੇਨਸ, ਆਪਸ਼ਨ ਬੀ ਪੋਰਟਗੀਜ਼, ਆਪਸ਼ਨ ਸੀ ਫ੍ਰੈਂਚ, ਆਪਸ਼ਨ ਡੀ ਡੱਚ। ਇਸ ਦਾ ਆਨਸਰ ਹੈ ਆਪਸ਼ਨ ਬੀ ਪੋਰਟਗੀਜ਼। ਨੈਕਸਟ ਕੁਐਸਚਨ, ਹੂ ਇੰਟਰੋਡਿਊਸ ਦ ਡਾਕਟਰੀਨ ਆਫ ਲੈਪਸ? ਪਹਿਲਾਂ ਆਪਾਂ ਦੇਖ ਲੈਂਦੇ ਹਾਂ ਡਾਕਟਰੀਨ ਆਫ ਲੈਪਸ ਦਾ ਕੀ ਮਤਲਬ ਹੈ। ਡਾਕਟਰੀਨ ਆਫ ਲੈਪਸ ਤੋਂ ਮਤਲਬ ਹੈ ਕਿ ਅਗਰ ਕੋਈ ਵੀ ਰੂਲਰ ਹੈ ਉਸਦੀ ਡੈਥ ਤੋਂ ਬਾਅਦ ਜੇ ਉਸਦਾ ਕੋਈ ਨੈਚੁਰਲ ਗਾਰਡੀਅਨ ਨਹੀਂ ਹੈ ਤਾਂ ਕੀ ਹੈ, ਉਸਦਾ ਜਿਹੜਾ ਜਿੰਨਾ ਵੀ ਉਸਦਾ ਰਾਜ ਹੈ ਉਹਨੂੰ ਬ੍ਰਿਟਿਸ਼ਰਸ ਆਪਣੇ ਕੰਟਰੋਲ ਅੰਡਰ ਲੈ ਲੈਂਦੇ ਸੀ। ਉਸਦੇ ਅਡੋਪਟਡ ਚਾਈਲਡ ਨੂੰ ਜਾਂ ਅਡੋਪਟਡ ਸਕਸੈਸਰ ਕਹਿ ਲਓ, ਉਸਨੂੰ ਉਹਦਾ ਰਾਜ ਭਾਗ ਨਹੀਂ ਦਿੱਤਾ ਜਾਂਦਾ ਸੀ। ਤਾਂ ਇਹ ਕਿਹਦੇ ਦੁਆਰਾ ਇੰਟਰੋਡਿਊਸ ਕੀਤਾ ਗਿਆ ਸੀ? ਇਹ ਇੰਟਰੋਡਿਊਸ ਕੀਤਾ ਗਿਆ ਸੀ 1848 ਦੇ ਵਿੱਚ। ਦੇਖਦੇ ਹਾਂ, ਆਪਸ਼ਨ ਏ ਹੈ ਲਾਰਡ ਕੈਨਿੰਗ, ਆਪਸ਼ਨ ਬੀ ਲਾਰਡ ਰਿਪਨ, ਆਪਸ਼ਨ ਸੀ ਲਾਰਡ ਡਲਹੌਜ਼ੀ, ਆਪਸ਼ਨ ਡੀ ਵਾਰਨ ਹੇਸਟਿੰਗਸ। ਇਸ ਦਾ ਆਨਸਰ ਹੈ ਆਪਸ਼ਨ ਸੀ ਲਾਰਡ ਡਲਹੌਜ਼ੀ। ਲਾਰਡ ਡਲਹੌਜ਼ੀ ਦੁਆਰਾ 1848 ਦੇ ਵਿੱਚ ਡਾਕਟਰੀਨ ਆਫ ਲੈਪਸ ਇੰਟਰੋਡਿਊਸ ਕੀਤਾ ਗਿਆ। Next question, who brought the printing press to India in mid 16th century? Printing press ਇੰਡੀਆ ਦੇ ਵਿੱਚ ਕੌਣ ਲੈ ਕੇ ਆਇਆ ਸੀ? ਆਪਸ਼ਨ ਏ ਡੇਨਸ, ਆਪਸ਼ਨ ਬੀ ਪੋਰਟਗੀਜ਼, ਆਪਸ਼ਨ ਸੀ ਫ੍ਰੈਂਚ, ਆਪਸ਼ਨ ਡੀ ਡੱਚ। ਇਸ ਦਾ ਆਨਸਰ ਹੈ ਆਪਸ਼ਨ ਬੀ ਪੋਰਟਗੀਜ਼। Next question, question number 11, what was the capital of French colony in India? French colony ਦੀ capital ਕਿਹੜੀ ਜਗ੍ਹਾ ਸੀ? ਆਪਸ਼ਨ ਏ ਪੌਂਡੀਚੇਰੀ, ਆਪਸ਼ਨ ਬੀ ਗੋਆ, ਆਪਸ਼ਨ ਸੀ ਕਾਲੀਕਟ, ਆਪਸ਼ਨ ਡੀ ਕੋਚੀਨ। ਇਸ ਦਾ ਆਨਸਰ ਹੈ ਆਪਸ਼ਨ ਏ ਪੌਂਡੀਚੇਰੀ। ਨੈਕਸਟ ਕੁਐਸਚਨ, ਦ ਬੈਟਲ ਆਫ ਬਕਸਰ ਵਾਜ਼ ਫੌਟ ਇਨ? ਆਪਸ਼ਨ ਏ 1757, ਆਪਸ਼ਨ ਬੀ 1762, ਆਪਸ਼ਨ ਸੀ 1764, ਆਪਸ਼ਨ ਡੀ 1768। ਇਹ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਬੈਟਲ ਆਫ ਬਕਸਰ ਹੋਈ ਸੀ 1764 ਦੇ ਵਿੱਚ, ਔਰ ਜਦੋਂ ਇਹ ਐਂਡ ਹੁੰਦੀ ਹੈ ਉਦੋਂ ਕੀ ਹੈ, ਟਰੀਟੀ ਆਫ ਇਲਾਹਾਬਾਦ ਸਾਈਨ ਹੁੰਦੀ ਹੈ, ਜਿਹੜੀ ਕਿ ਸਾਈਨ ਹੋਈ ਸੀ ਬਿਟਵੀਨ ਸ਼ਾਹ ਆਲਮ 2
ਤੇ ਰੋਬਰਟ ਕਲਾਈਵ ਦੇ ਵਿੱਚ। ਤੇ ਇਸ ਤੋਂ ਬਾਅਦ ਕੀ ਹੈ, ਡੂਅਲ ਸਿਸਟਮ ਆਫ ਐਡਮਿਨਿਸਟ੍ਰੇਸ਼ਨ ਬਣ ਗਿਆ ਸੀ, ਦੈਟ ਇਜ਼ ਦੀਵਾਨੀ ਰਾਈਟਸ ਤੇ ਨਿਜ਼ਾਮਤ। ਇਹ ਕਿੱਥੇ ਹੋਇਆ ਸੀ, ਬੰਗਾਲ ਦੇ ਵਿੱਚ। Next question, at which place British East India Company established their first permanent factory? British East India Company द्वारा पहली permanent factory कित्थे लगाई गई? Option A सूरत, option B Bombay, option C मद्रास, option D Calcutta। इसका आंसर है option A सूरत। Next question, which commission under the British rule prepared the Famine Code? Famine Code किस commission द्वारा बनाया गया? Option A Welby Commission, option B Strachey Commission, option C Hunter Commission, option D none of the above। इसका आंसर है option B Strachey Commission। देखते हैं आज का लास्ट क्वेश्चन, in which year East India Company received a decree from फारूक सियार? ਡੈਕਰੀ ਦਾ ਮਤਲਬ ਹੈ ਕਿ ਡਿਊਟੀ ਫ੍ਰੀ ਟ੍ਰੇਡ ਜਿਹੜਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਕਰ ਸਕਦੀ ਸੀ, ਇਹ ਫਾਰੂਕ ਸਿਆਰ ਨੇ ਕਦੋਂ ਇਹਨਾਂ ਨੂੰ ਇਹ ਰਾਈਟ ਦਿੱਤਾ ਸੀ? ਆਪਸ਼ਨ ਏ 1715, ਆਪਸ਼ਨ ਬੀ 1718, ਆਪਸ਼ਨ ਸੀ 1717, ਆਪਸ਼ਨ ਡੀ 1719। ਇਸ ਦਾ ਆਨਸਰ ਹੈ ਆਪਸ਼ਨ ਸੀ 1717 ਦੇ ਵਿੱਚ, ਦੈਟ ਇਜ਼ 1717 ਦੇ ਵਿੱਚ। ਇਹ ਸੀ ਅੱਜ ਦੇ ਕੁਐਸਚਨ। ਹੋਪ ਕਰਦੇ ਹਾਂ ਤੁਹਾਡੀ ਪ੍ਰੈਪਰੇਸ਼ਨ ਦੇ ਵਿੱਚ ਕਾਫੀ ਹੈਲਪਫੁਲ ਹੋਣਗੇ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।